अस्सलाम वालेकुम जी, की हाल चाल है सारे भाई? ठीक भरा जी, मैं तुहाडा अपना वीर नईम नाथ। मैं ना कल भाई साहब जी बाजार गया वा इतने मोड़ इमराबाद। वो मेरे एक दोस्त ने, उन्होंने मैं फिर शो करांगा। उन्होंने मैं दफ्तर के गया तो वो मेरे नाल ना सैयद बादशाह मुर्शद साहब, वो हूँ मेरे वाकफ सन, फेसबुक के फॉलोवर भी सन, उन्हें भी जानने वाले सन। वो जो दफ्तर की कुर्सी होंगी ना मेन, वो घूमने वाली कुर्सी जी, वो मैनू मैं इज्जत तो लवा लिया। वो आख्या जी तुम अपना जरा इस कुर्सी दबो। वो मैं क्या नहीं यार कोई गल नहीं, उधर इधर की नहीं जी। वो जिद करने की वजह तो मैं उस कुर्सी से बह जाना। हूँ मेरे नाल मुर्शद सन सैयद बादशाह, उन्होंने नहीं सी पता। वो मुर्शद बह जाते ने नाल वाली कुर्सी से। वो जी घूमने वाली कुर्सी थी ना, वो थोड़ी जी उची सी। चलो जो गपशप होने लग पई तो मैं दसिया ना, मैं क्या मुर्शद ने पीर ने सैयदजादे। उन्हें क्या भाजी फिर वो मुनासिब नहीं लगता जो हम मिलाद बनाइए तो सैयद बादशाह थले हो नीवे तो तुम उच्चे हो के बवो, तो गल मुनासिब नहीं। तो मैनू वो गल याद आ गई, मैं क्या अपने चाहने वाले के नाल शेयर करा। कोई अपना पीर सा ना सैयदजादे हैं मुर्शद पाक सन, तो वो एक जट साढ़े वर्गा ना पिंड का बंदा, जट बैठ बंदा ना, वो उन्होंने मरीज हो गया। जिसले मरीज होया तो पीर हरान को मैं मुफत कराई, तो जट भी आया। वो जिथे बाकी मरीज बैठे सन उत्थे ही उन्होंने उस जट ने भी पाया। तो पिंड का सौखा सी, लंबड़दार समझ लो, या ज्यादा अपना जमीन भांडे वाला सी। चलो तो महफल खत्म हुई, जट घर टुर गया। ਉਹਦੇ ਜ਼ੇਨ 'ਚ ਗੱਲ ਆਈ, ਉਹਨੇ ਆਖਿਆ ਮੈਨੂੰ ਲੱਗਦਾ ਕਿ ਪੀਰਾਂ ਨੂੰ ਨਾ ਬੰਦੇ ਕੋ ਬੰਦੇ ਦਾ ਹਿਸਾਬ ਨਹੀਂ ਲੱਗਦਾ, ਕਿ ਕਿਹਨੂੰ ਕਿੱਥੇ ਪਾਣਾ ਕਿਹਨੂੰ ਕਿੱਥੇ ਪਾਣਾ। ਮੈਂ ਹੁਣ ਪਿੰਡ ਦਾ ਚੌਧਰੀ ਹਾਂ, ਜਿੱਥੇ ਮੈਂ ਬੈਠਾ ਉੱਥੇ ਹੀ ਮੇਰਾ ਮਤਲਬ ਹੈ। ਵੇਲੇ ਛੋਟੀਆਂ ਦਾਤਾਂ ਜਿਨ੍ਹਾਂ ਨੂੰ ਅਸੀਂ ਅੱਲਾ ਮਾਫ ਕਰੇ ਸਮਝਦੇ ਹਾਂ, ਉਹ ਵੀ ਉੱਥੇ ਹੀ ਬੈਠੇ ਨੇ। ਨੌਕਰ ਵੀ ਸਾਡੇ ਉਸੇ ਦਰੀ ਤੇ, ਮੈਂ ਵੀ ਉਸੇ ਦਰੀ ਤੇ। ਤੇ ਉਹਨੇ ਆਖਿਆ ਜੇ ਮੈਂ ਹੁਣ ਪੀਰਾਂ ਨੂੰ ਆਖਿਆ ਨਾ ਡਾਇਰੈਕਟ ਤੇ ਹੁਰੇ ਗੁੱਸਾ ਨਾ ਕਰ ਜਾਣ, ਤੇ ਜੱਟ 'ਚ ਗਾੜੀ ਬੜੇ ਹੁੰਦੇ। ਉਹਨੇ ਕੀ ਕੀਤਾ, ਉਹਨੇ ਆਪਣੇ ਘਰ ਨਾ ਕਰਨਾ ਚਾਹੀਦਾ। ਤੇ ਪੀਰ ਹੋਰਾਂ ਸਲਾਹ ਕਰ ਲਿਆ, ਉਹਨੇ ਕਿਹਾ ਪੀਰ ਜੀ ਮੈਂ ਨਹੀਂ ਮਹਿਫਲ ਰੱਖਾਂਗਾ ਤੇ ਤੁਹਾਡੀ ਆਮਦ ਬੜੀ ਜ਼ਰੂਰੀ ਹੈ। ਹੁਣ ਉਹ ਵੀ ਮੁਰਸ਼ਦ ਸਨ, ਸੈਯਦਜ਼ਾਦੇ ਸਨ, ਪੀਰ ਸਨ। ਉਹਨੇ ਆਖਿਆ ਵੀ ਜੱਟਾਂ ਮੇਰੀਆਂ ਦੋ ਤਰ੍ਹਾਂ ਸ਼ਰਤਾਂ ਨੇ, ਜੋ ਪੂਰੀਆਂ ਕਰੇਗਾ ਤੇ ਫਿਰ ਮੈਂ ਤੇਰੇ ਘਰ ਆਵਾਂਗਾ। ਉਹਨੇ ਆਖਿਆ ਮੁਰਸ਼ਦ ਹੁਕਮ ਕਰੋ, ਜਦੋਂ ਮੈਂ ਤੁਹਾਡਾ ਮਰੀਦ ਹਾਂ, ਤੁਸੀਂ ਮੇਰੇ ਮੁਰਸ਼ਦ ਹੋ, ਜਿਵੇਂ ਤੁਸੀਂ ਆਖਣਾ ਉਂਝ ਹੀ ਹੋਣਾ। ਉਹਨੇ ਆਖਿਆ ਗੱਲ ਇਹ ਕਿ ਪਹਿਲੀ ਗੱਲ ਤੇ ਕਿ ਮੈਂ ਰੋਟੀ ਆਪਣੀ ਖਾਣੀ ਲੈ ਕੇ ਜਾਣੀ। ਪੀਰ ਆਖਿਆ, ਉਹਨਾਂ ਆਖਿਆ ਪੀਰ ਜੀ ਬੜੇ ਬੜੇ ਚੰਗੇ ਪਕਵਾਨ ਜਿਹੜਾ ਤੁਸੀਂ ਖਾਣਾ ਮੈਨੂੰ ਦੱਸੋ। ਉਹਨੇ ਕਿਹਾ ਨਹੀਂ, ਜੋ ਮੇਰਾ ਦਿਲ ਕਰੇਗਾ ਮੈਂ ਉਹ ਖਾਣਾ। ਉਹਨੇ ਕਿਹਾ ਠੀਕ ਹੈ ਜੀ। ਦੂਸਰੀ ਗੱਲ, ਉਹਨੇ ਆਖਿਆ ਵੀ ਜਿੱਥੇ ਮੇਰਾ ਦਿਲ ਕਰੇਗਾ ਨਾ ਮੈਂ ਉੱਥੇ ਬਹਿਣਾ। ਉਹ ਜੱਟ ਨੇ ਆਖਿਆ, ਉਹਨੇ ਕਿਹਾ ਪੀਰ ਜੀ ਮੇਰਾ ਘਰ ਪੂਰੇ ਪਿੰਡ ਦਾ ਸੋਹਣਾ ਤੇ ਬਾਹਰ ਨੇ ਬੂਹੇ ਤੋਂ ਲੈ ਕੇ ਆਪਣਾ ਬੰਦਾ ਤੱਕ ਟਾਲਾਂ ਲੱਗੀਆਂ ਨੇ, ਮੰਡੀ ਤੱਕ ਲੱਗੀਆਂ ਨੇ, ਤੁਸੀਂ ਜਿੱਥੇ ਮਰਜ਼ੀ ਪਿਆ ਨੇ। ਤੁਹਾਡਾ ਉਹ ਜਿਹੜਾ ਮੈਂਬਰ ਹੈ ਜਾਂ ਉਹ ਕੁਰਸੀ ਉੱਚੀ ਕਰਕੇ ਮੇਰਾ ਮਤਲਬ। ਉਹਨੇ ਕਿਹਾ ਠੀਕ। ਜਦੋਂ ਪੀਰ ਹਰੀ ਘਰ ਗਿਆ ਨਾ, ਘਰ ਮੁਰਸ਼ਦ ਜੁੱਤੀ ਲਾ ਕੇ ਆਪਣਾ ਉਹਨੇ ਫਟਾਫਟ ਨਾ ਇੱਕ ਮਤਲਬ ਵੱਖਰਾ ਸਟੇਜ ਜਿਹਾ ਬਣਾਇਆ, ਜਿਹਦੇ ਉੱਤੇ ਆਪਣਾ ਨਾ ਮੈਂਬਰ ਟਾਈਪ ਕੁਰਸੀ ਉੱਚੀ ਕਰਕੇ ਨਾ ਪੀਰਾਂ ਦੀ। ਤੇ ਪੀਰਾਂ ਕੀ ਕੀਤਾ ਵੀ ਜਿੱਥੇ ਜੁੱਤੀਆਂ ਲੱਥੀਆਂ ਨਾ ਪਿੰਡ ਦੇ ਬਾਕੀ ਮਾੜੇ ਬੈਠੇ ਹਨ, ਉੱਥੇ ਹੀ ਪੀਰ ਵੀ ਬਹਿ। ਚਲੋ ਉਹ ਜੱਟ ਬੜਾ ਹੈਰਾਨ ਹੋਇਆ ਇਸ ਗੱਲ ਤੋਂ। ਰੋਟੀ ਖੁੱਲੀ, ਉਹ ਚੰਗੇ ਤੋਂ ਚੰਗਾ ਪਕਵਾਨ ਨਾ, ਜਿਵੇਂ ਸਾਡੇ ਇੱਥੇ ਜੋ ਚੱਲਦਾ ਆ ਜਾ ਕੇ ਵੱਡਾ ਗੋਸ਼ਤ ਜੀ, ਛੋਟਾ ਗੋਸ਼ਤ ਜੀ, ਮੇਰਾ ਮਤਲਬ ਬੱਕਰੇ ਦਾ, ਕੱਟੇ ਦਾ, ਉਹ ਚੰਗਾ ਗੋਸ਼ਤ ਨਾਲ ਚੰਗੀਆਂ ਡਿਸ਼ਾਂ ਉਹਨੇ ਪੀਰ ਅੱਗੇ ਰਖਵਾਈਆਂ। ਪੀਰ ਮੁਰਸ਼ਦ ਨੇ ਮੇਰੇ ਤੇ ਪੀਰ ਰਾਣਾ ਆਪਣੇ ਛਾਪਰ ਦੇ ਵਿੱਚੋਂ ਉਹ ਟਿਫਨ ਜੈਕ ਕੱਢਿਆ ਰੋਟੀ ਵਾਲਾ, ਉਹ ਰੋਟੀ ਖਾਣ ਆਪਾਂ ਘਰੋਂ ਲੈ ਕੇ ਆਏ। ਜਿਸ ਲਈ ਭਾਈ ਸਾਹਿਬ ਉਹਨਾਂ ਰੋਟੀ ਖਾ ਲਈ ਨਾ, ਮਹਿਫਲ ਹੋ ਗਈ ਤੇ ਸਾਰੇ ਟੁਰ ਗਏ। ਤੇ ਜੱਟ ਜਿਹੜਾ ਨਾ ਉਹਨੂੰ ਇਹ ਸੀ ਵੀ ਪੀਰ ਹਰੀ ਵੇਲੇ ਨਾਰਾਜ਼ ਨੇ ਕਿਸੇ ਗੱਲ ਤੋਂ, ਬਲਕਿ ਉੱਥੇ ਸੰਸਾਰੀ ਆਵਾਮ ਹੀ ਬੈਠੀ। ਉਹਨੇ ਕਿਹਾ ਪੀਰ ਜੀ ਗੁਸਤਾਖੀ ਦੀ ਮਾਫੀ ਚਾਹੁੰਦਾ ਵਾ, ਤੇ ਮੈਨੂੰ ਇਹ ਦੱਸੋ ਵੀ ਤੁਸੀਂ ਨਾ ਰੋਟੀ ਖਾਧੀ ਹੈ ਮੇਰੇ ਘਰ ਦੀ, ਤੇ ਨਾ ਤੁਸੀਂ ਮੇਰਾ ਮਤਲਬ ਹੈ ਕਿ ਉਹ ਜਿਹੜੀ ਤੁਹਾਡੇ ਵਾਸਤੇ ਕੁਰਸੀ ਹੈ ਉੱਚੀ ਕਰਕੇ ਸੋਹਣੀ ਕਰਕੇ, ਨਾ ਤੁਸੀਂ ਉਹਦੇ ਤੇ ਬੈਠੇ ਉੱਚੇ ਥਾਂ, ਤੁਸੀਂ ਨੀਵੇਂ ਥਾਂ ਜੁੱਤੀਆਂ ਦੇ ਵਿੱਚ ਬਹਿ ਗਿਆ, ਤੇ ਰੋਟੀ ਵੀ ਤੁਸੀਂ ਘਰ ਦੀ ਖਾਧੀ।
ਤੇ ਸਿਆਣੇ ਬੰਦੇ ਜਿਹੜੇ ਹੁੰਦੇ ਨਾ, ਅਕਲਮੰਦ ਦਨਾ ਲੋਕ ਜਿਹੜੇ ਹੁੰਦੇ ਨੇ, ਗੁਫ਼ਤਗੂ ਤੋਂ ਪਹਿਚਾਨੇ ਜਾਂਦੇ ਨੇ। ਹਾਂਜੀ ਉਹ ਪੀਰ ਅੜੀ ਆਂਦੇ ਨੇ ਵੀ ਮੈਨੂੰ ਇਹ ਦੱਸ ਬਈ ਜੱਟਾ, ਤੂੰ ਪਿੰਡ ਦਾ ਚੌਧਰੀ ਹੈ, ਇਹ ਜਿਹੜੇ ਬੈਠੇ ਨੇ ਇਹਨਾਂ ਦੇ ਵਿੱਚ ਮੈਂ ਥੱਲੇ ਜਾ ਕੇ ਬੈਠਾ। ਇਹ ਆਹੋ, ਰੋਟੀ ਵੀ ਮੈਂ ਮਾੜੀ ਖਾਧੀ ਹੈ। ਉਹਨੇ ਕਿਹਾ, ਕਹਿੰਦਾ ਕਾ ਮੁਰਸ਼ਦ ਕੌਣ ਹੈ? ਉਹਨੇ ਕਿਹਾ ਜੀ ਤੁਸੀਂ। ਹਾਂਜੀ ਉਹਨੇ ਕਿਹਾ ਜੇ ਮੈਂ ਮਾੜੀ ਰੋਟੀ ਖਾਧੀ ਹੈ ਤੇ ਮੇਰੀ ਸ਼ਾਨ 'ਚ ਫਰਕ ਆਇਆ? ਨਹੀਂ, ਮੇਰਾ ਢਿੱਡ ਭਰ ਗਿਆ। ਉਹਨੇ ਕਿਹਾ ਜੀ ਭਰ ਗਿਆ। ਉਹਨੇ ਕਿਹਾ ਮੈਂ ਨੀਵੇਂ ਥਾਂ ਵੀ ਬਹਿ ਜਾਣਾ ਤੇ ਉੱਥੇ ਵੀ ਬੈਠਿਆ ਮੈਂ ਹੀ ਮੁਰਸ਼ਦ ਹਾਂ। ਹਾਂਜੀ ਸਹੀ। ਤੁਸੀਂ ਉੱਚੇ ਥਾਂ ਬਹਿ ਕੇ ਵੀ ਮਰੀਦ ਹੀ ਹੋ। ਹਾਂਜੀ ਮੇਰੇ ਚਾਹ ਵਾਲਿਆਂ ਨੂੰ ਗੱਲ ਦੀ ਸਮਝ ਆ ਗਈ ਹੋਏਗੀ ਕਿ ਇਹ ਸੈਯਦ ਬਾਦਸ਼ਾਹ ਨੇ ਇਹ ਨੀਵੇਂ ਥਾਂ ਵੀ ਬਹਿ ਜਾਣਾ ਤੇ ਉੱਥੇ ਵੀ ਮੁਰਸ਼ਦ ਹੀ ਨੇ। ਹਾਂਜੀ ਸਹੀ ਗੱਲ। ਜੇ ਕੋਈ ਸਾਡੇ ਵਰਗਾ ਬੇਵਕੂਫ ਕੋਈ ਕੰਮ ਅਕਲ ਉੱਚੇ ਥਾਂ ਵੀ ਬਹਿ ਜਾਣਾ ਤੇ ਉੱਚੇ ਥਾਂ ਬਹਿ ਕੇ ਵੀ ਉਹ ਮਰੀਦ ਹੈ ਤੇ ਉਹ ਮੁਰਸ਼ਦ ਨੇ। ਮੁਰਸ਼ਦ ਨੇ ਜੀ ਗੱਲ ਦੀ ਸਮਝ ਆਈ। ਦੂਸਰਾ ਮੈਸੇਜ ਇਹਦੇ ਚ ਇਹ ਵੇ ਕਿ ਅਗਰ ਕੋਈ ਕੰਮ ਜ਼ਰਮ ਬੰਦਾ, ਸਮਝ ਆਈ, ਕਿਸੇ ਜਗ੍ਹਾ ਤੇ ਉੱਚਾ ਹੋ ਕੇ ਵੀ ਬਹਿੰਦਾ ਨਾ, ਹਾਂਜੀ ਸਮਝ ਆਈ, ਤੇ ਜਿਹੜਾ ਕੋਈ ਖਾਨਦਾਨੀ ਹੈ, ਨਸਲੀ ਹੈ, ਚੰਗੇ ਘਰ ਦਾ ਨਾ, ਉਹ ਮਾੜੇ ਕੱਪੜਿਆਂ 'ਚ ਵੀ ਹੋਏਗਾ ਨਾ, ਉਹ ਗੰਦਾ ਬੰਦਾ ਵੀ ਹੋਏਗਾ, ਨੇ ਟੁੱਟੀ ਵੀ ਜੁੱਤੀ ਪਾਏਗੀ, ਪਰ ਲਾਲ ਜਿਹੜੇ ਨਾ ਗੋਦੜੀਆਂ ਚੱਲਦੀਆਂ ਸਜਾਣੇ ਜਾਂਦੇ ਨੇ, ਹਾਂਜੀ ਉਹ ਇਹਨੇ ਨਾਲ ਫਰਕ ਨਹੀਂ ਪੈਂਦਾ। ਕਾਟਨ ਦਾ ਸੂਟ ਪਾ ਕੇ ਬੰਦਾ ਚੌਧਰੀ ਨਹੀਂ ਬਣਦਾ, ਵੱਡਾ ਨਹੀਂ ਬਣਦਾ। ਹਾਂਜੀ ਮਾੜੇ ਸੂਟ 'ਚ ਵੀ ਨਸਲੀ ਲੋਕ ਆਪਣੀ ਗੁਫ਼ਤਗੂ ਤੋਂ, ਆਪਣੀ ਗੱਲਾਂ ਤੋਂ, ਆਪਣੇ ਕੰਮਾਂ ਤੋਂ ਪਹਿਚਾਨੇ ਜਾਂਦੇ ਨੇ। ਸਹੀ ਗੱਲ। ਮੇਰੇ ਚਾਹ ਵਾਲਿਆਂ ਨੂੰ ਜੇ ਵੀਡੀਓ ਚੰਗੀ ਲੱਗੇ ਤੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ।